ਸਤਿ ਸ਼੍ਰੀ ਅਕਾਲ ਵਿਦਿਆਰਥੀਓ, ਮੈਂ ਡਾਕਟਰ ਸੰਦੀਪ ਕੌਰ, ਪੰਜਾਬੀ ਵਿਭਾਗ HME ਕਾਲਜ ਜਲੰਧਰ। ਅੱਜ ਅਸੀਂ BA ਭਾਗ ਪਹਿਲਾ ਇਲੈਕਟਿਵ ਪੰਜਾਬੀ ਦੇ ਵਿਦਿਆਰਥੀਆਂ ਲਈ ਭਾਰਤੀ ਕਾਵਿ ਸ਼ਾਸਤਰ ਦੇ ਕਨਸੈਪਟ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਾਵਿ ਦਾ ਸ਼ਬਦੀ ਅਰਥ ਕੀ ਸੀ। ਸਧਾਰਨ ਸ਼ਬਦਾਂ ਵਿੱਚ ਕਵੀ ਦੀ ਕਿਰਤ ਨੂੰ ਕਾਵਿ ਕਿਹਾ ਜਾਂਦਾ ਸੀ, ਪਰ ਸੰਸਕ੍ਰਿਤ ਭਾਸ਼ਾ ਵਿੱਚ ਕਾਵਿ ਸ਼ਬਦ ਦੀ ਵਿਆਖਿਆ ਸਮੁੱਚੇ ਸਾਹਿਤ ਲਈ ਕੀਤੀ ਜਾਂਦੀ ਸੀ। ਹੌਲੀ ਹੌਲੀ ਕਾਵਿ ਸ਼ਬਦ ਸਿਰਫ ਕਵਿਤਾ ਲਈ ਹੀ ਰੂੜ ਹੋ ਗਿਆ, ਭਾਵ ਕਵੀ ਦੁਆਰਾ ਰਚਿਤ ਰਚਨਾ ਕਾਵਿ ਹੈ। ਇਸ ਤਰ੍ਹਾਂ ਕਾਵਿ ਸ਼ਾਸਤਰ ਇੱਕ ਸੰਯੁਕਤ ਸ਼ਬਦ ਹੈ, ਭਾਵ ਕਾਵਿ ਦਾ ਸ਼ਾਸਤਰ। ਸ਼ਾਸਤਰੀ ਦ੍ਰਿਸ਼ਟੀ ਤੋਂ ਕਾਵਿ ਸ਼ਬਦ ਦਾ ਅਰਥ ਹੈ ਕਵੀ ਦਾ ਕਰਮ, ਅਤੇ ਸ਼ਾਸਤਰ ਦੇ ਅਰਥ ਹੈ ਨਿਯਮ ਬਣਾਉਣ ਵਾਲਾ ਜਾਂ ਨਿਰਧਾਰਿਤ ਕਰਨ ਵਾਲਾ। ਭਾਰਤੀ ਕਾਵਿ ਸ਼ਾਸਤਰ ਤੋਂ ਸਮੁੱਚੇ ਤੌਰ 'ਤੇ ਇਹ ਮਤਲਬ ਨਿਕਲਦਾ ਹੈ ਕਿ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਕਾਵਿ ਦਾ ਸਿਧਾਂਤ। ਇਸੇ ਤਰ੍ਹਾਂ ਕਾਵਿ ਅਤੇ ਸਾਹਿਤ ਦੀ ਗੱਲ ਕਰਾਂਗੇ। ਸਾਹਿਤ ਨੂੰ ਪਹਿਲਾਂ ਸਾਹਿਤਿਆ ਵੀ ਕਿਹਾ ਜਾਂਦਾ ਸੀ, ਕਿਉਂਕਿ ਇਹਦਾ ਓਰੀਜਨ ਜਿਹੜਾ ਸੰਸਕ੍ਰਿਤ ਦੇ ਵਿੱਚੋਂ ਹੁੰਦਾ। ਸੰਸਕ੍ਰਿਤ ਕਾਵਿ ਸ਼ਾਸਤਰ ਦੇ ਅਨੁਸਾਰ ਕਾਵਿ ਅਤੇ ਸਾਹਿਤ ਦੇ ਵਿੱਚ ਕੋਈ ਵਧੇਰੇ ਅੰਤਰ ਨਹੀਂ ਸੀ, ਕਿਉਂਕਿ ਉਸ ਸਮੇਂ 'ਤੇ ਸਮੁੱਚੇ ਸਾਹਿਤ ਨੂੰ ਕਾਵਿ ਦੇ ਰੂਪ ਵਿੱਚ ਹੀ ਜਾਣਿਆ ਜਾਂਦਾ ਸੀ। ਫਿਰ ਹੌਲੀ ਹੌਲੀ ਜਿਹੜਾ ਇਹ ਕਾਵਿ ਸ਼ਬਦ ਹੈ ਕਵਿਤਾ ਦੇ ਲਈ ਰੂੜ ਹੋ ਗਿਆ। ਸੰਸਕ੍ਰਿਤ ਭਾਸ਼ਾ ਦਾ ਪਹਿਲਾ ਸਾਹਿਤ ਸ਼ਬਦ ਦੀ ਵਰਤੋਂ ਸ਼ਾਸਤਰ ਲਈ ਹੁੰਦੀ ਸੀ, ਪਰ 7ਵੀਂ ਸਦੀ ਵਿੱਚ ਭਰਤਰੀ ਹਰੀ ਨੇ ਇਸ ਸ਼ਬਦ ਦੀ ਵਰਤੋਂ ਪਹਿਲੀ ਵਾਰ ਕਾਵਿ ਦੇ ਅਰਥਾਂ ਵਿੱਚ ਕੀਤੀ। ਫਿਰ ਭਾਮਾ ਨੇ ਸ਼ਬਦ ਅਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਹਿ ਕੇ ਸਾਹਿਤ ਸ਼ਬਦ ਦੀ ਪੁਸ਼ਟੀ ਕੀਤੀ। ਕਾਵਿ ਦਾ ਸਰੂਪ ਜਾਂ ਪਰਿਭਾਸ਼ਾ। ਭਾਰਤੀ ਸੰਸਕ੍ਰਿਤ ਆਲੋਚਨਾ ਦੇ ਇਤਿਹਾਸ ਵਿੱਚ ਪਿਛਲੇ 2000 ਸਾਲ ਤੋਂ ਕਾਵਿ ਦਾ ਸਰੂਪ ਅੰਕਿਤ ਕਰਨ ਦਾ ਯਤਨ ਕੀਤਾ ਗਿਆ ਹੈ। ਭਰਤ ਮੁਨੀ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ ਕਾਵਿ ਨੂੰ ਪਰਿਭਾਸ਼ਿਤ ਕਰਦਿਆਂ ਹੋਇਆਂ ਲਿਖਦਾ ਹੈ, ਉਹ ਕਾਵਿ ਸਰਵੋਤਮ ਹੈ ਜਿਸ ਵਿੱਚ ਕੋਮਲ ਅਤੇ ਖੂਬਸੂਰਤ ਸ਼ਬਦ ਹੋਣ, ਜਿਸ ਦੇ ਅਰਥ ਗੂੜ੍ਹੇ ਜਾਂ ਗੂੜ੍ਹੇ ਨਾ ਹੋਣ, ਆਮ ਲੋਕਾਂ ਨੂੰ ਸੌਖੀ ਤਰ੍ਹਾਂ ਸਮਝ ਆ ਜਾਵੇ, ਜਿਸ ਵਿੱਚ ਦਲੀਲਾਂ ਹੋਣ, ਜਿਸ ਵਿੱਚ ਕਾਵਿ ਰਸ ਦੀਆਂ ਧਾਰਾਂ ਵਹਿੰਦੀਆਂ ਹੋਣ। ਅਜਿਹਾ ਕਾਵਿ ਦਰਸ਼ਕਾਂ ਪਾਠਕਾਂ ਲਈ ਸ਼ੁਭ ਮੰਨਿਆ ਜਾਂਦਾ ਹੈ। ਆਚਾਰੀਆ ਭਾਮਾ ਦੇ ਅਨੁਸਾਰ ਸ਼ਬਦ ਅਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਿਹਾ ਜਾਂਦਾ ਹੈ। ਆਚਾਰੀਆ ਦੰਡੀ ਦੇ ਅਨੁਸਾਰ ਮਨ ਭਾਉਂਦੇ ਅਰਥਾਂ ਨੂੰ ਇੱਕ ਰਸ ਪ੍ਰਗਟ ਕਰਨ ਵਾਲੀ ਪਦਾਵਲੀ ਨੂੰ ਕਾਵਿ ਸਰੀਰ ਕਿਹਾ ਜਾਂਦਾ ਹੈ। ਆਨੰਦ ਵਰਧਨ ਦੇ ਅਨੁਸਾਰ ਸ਼ਬਦ ਅਤੇ ਅਰਥ ਕਾਵਿ ਦਾ ਸਰੀਰ ਹੈ ਅਤੇ ਧੁਨੀ ਕਾਵਿ ਦੀ ਆਤਮਾ ਹੈ। ਕੁੰਤਕ ਦੇ ਅਨੁਸਾਰ ਅਜਿਹਾ ਸ਼ਬਦ ਅਤੇ ਅਰਥ ਕਾਵਿ ਹੈ ਜਿਸ ਵਿੱਚ ਵਕਰਤਾ ਭਾਵ ਟੇਢਾਪਨ ਹੁੰਦਾ ਹੈ। ਕਾਵਿ ਦੇ ਲੱਛਣ। ਕਾਵਿ ਦੇ ਲੱਛਣਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਪਹਿਲਾ ਕਲਾ ਸੌਂਦਰਿਆ ਅਤੇ ਦੂਸਰਾ ਰਸਾਤਮਕ ਅਨੁਭਵ। ਕਲਾ ਸੌਂਦਰਿਆ ਇਹ ਕਾਵਿ ਜਾਂ ਸਾਹਿਤ ਦੀ ਰਚਨਾਤਮਕ ਵਿਧੀ ਦਾ ਸੁਹਜ ਭਰਪੂਰ ਫਲ ਹੁੰਦਾ ਹੈ। ਸਾਰੀ ਦੀ ਸਾਰੀ ਕਾਵਿ ਸਾਧਨਾ ਕਲਾ ਦੇ ਸੌਂਦਰਾਤਮਕ ਰੂਪ ਉੱਪਰ ਨਿਰਭਰ ਕਰਦੀ ਹੈ। ਸ਼ਬਦ ਸ਼ਕਤੀਆਂ, ਗੁਣਾਂ, ਸ਼ਬਦ ਅਲੰਕਾਰਾਂ ਅਤੇ ਰੀਤੀਆਂ ਆਦਿ ਨੂੰ ਅਲੰਕ੍ਰਿਤ ਕਰਕੇ ਸਾਹਿਤ ਜਾਂ ਕਲਾ ਦੇ ਵਿੱਚ ਸੌਂਦਰਿਆ ਭਰਿਆ ਜਾਂਦਾ ਹੈ। ਰਸਾਤਮਕ ਅਨੁਭਵ। ਕਾਵਿ ਲੱਛਣਾਂ ਦਾ ਦੂਸਰਾ ਮਹੱਤਵਪੂਰਨ ਪ੍ਰਭਾਵ ਰਸਾਤਮਕ ਅਨੁਭਵ ਹੈ। ਕਾਵਿ ਸਾਹਿਤ ਦਾ ਇਹੋ ਮਿਆਰ ਥਾਪਿਆ ਗਿਆ ਹੈ ਕਿ ਇਹ ਹਮੇਸ਼ਾ ਇੱਕ ਨਵਾਂ ਅਨੁਭਵ ਪੇਸ਼ ਕਰੇ। ਭਾਰਤੀ ਕਾਵਿ ਸ਼ਾਸਤਰ ਦੇ 9 ਰਸ ਪਿਆਰ, ਸ਼ਿੰਗਾਰ, ਕ੍ਰੋਧ, ਘ੍ਰਿਣਾ, ਡਰ ਆਦਿ ਸਾਰਿਆਂ ਦੀ ਕਾਵਿ ਪੇਸ਼ਕਾਰੀ ਆਨੰਦਮਈ ਹੁੰਦੀ ਹੈ। ਕਾਵਿ ਦਾ ਪ੍ਰਯੋਜਨ। ਕਾਵਿ ਦਾ ਮੁੱਖ ਪ੍ਰਯੋਜਨ ਮਨੁੱਖੀ ਵਿਕਾਰਾਂ ਦੇ ਨਿਵਾਰਨ ਕਰਨਾ ਹੁੰਦਾ ਹੈ। ਵੇਦ, ਪੁਰਾਣਾਂ ਅਤੇ ਸ਼ਾਸਤਰਾਂ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਮਨੁੱਖ ਦੇ ਮਾਨਸਿਕ ਵਿਕਾਰਾਂ ਨੂੰ ਦੂਰ ਕਰਨ ਲਈ ਹੀ ਕਾਵਿ ਦੀ ਰਚਨਾ ਕੀਤੀ ਗਈ ਹੈ। ਆਚਾਰੀਆ ਮੰਮਟ ਨੇ ਵੀ ਕਾਵਿ ਦੀ ਰਚਨਾ ਜਸ, ਧਨ, ਗਿਆਨ, ਅਮੰਗਲ ਨੂੰ ਦੂਰ ਕਰਨ, ਆਨੰਦ ਦੇਣ ਅਤੇ ਪ੍ਰੀਤਮਾ ਵਾਂਗ ਪਿਆਰ ਕਰਨ ਜਾਂ ਗਿਆਨ ਦੇਣ ਦੇ ਲਈ ਜਿਹੜੀ ਉਹ ਮੰਨੀ ਗਈ ਹੈ। ਇਸ ਤਰ੍ਹਾਂ ਕਾਵਿ ਦਾ ਪ੍ਰਯੋਜਨ ਦੇ ਮੁੱਖ 6 ਤੱਤ ਮੰਨੇ ਗਏ ਹਨ। ਪਹਿਲਾ ਹੈ ਜਸ ਪ੍ਰਾਪਤੀ। ਹਰ ਮਨੁੱਖ ਨੂੰ ਜਸ ਦੀ ਲਾਲਸਾ ਹੁੰਦੀ ਹੈ, ਉਹ ਚਾਹੇ ਕੋਈ ਵੀ ਕਿਸੇ ਵੀ ਕਿੱਤੇ ਦੇ ਨਾਲ ਸੰਬੰਧਿਤ ਹੋਵੇ। ਕਵਿਤਾ ਦੇ ਕਾਰਨ ਰਸ ਸਿੱਧੀਆਂ ਕਵੀਆਂ ਦੇ ਜਸ ਅੱਜ ਵੀ ਗਾਏ ਜਾਂਦੇ ਹਨ। ਵਾਲਮੀਕ, ਕਾਲੀਦਾਸ, ਤੁਲਸੀਦਾਸ ਆਦਿ ਮਹਾਂਕਵੀਆਂ ਦਾ ਜਸ ਹਰ ਸਦੀ ਵਿੱਚ ਵੱਧਦਾ ਜਾਂਦਾ ਹੈ। ਵਿਅਕਤੀ ਆਪਣੇ ਕਰਮ ਦਾ ਪੁਰਸਕਾਰ ਜਸ ਦੇ ਰੂਪ ਵਿੱਚ ਪ੍ਰਾਪਤ ਕਰਨਾ ਚਾਹੁੰਦਾ ਹੈ। ਇੱਕ ਲੇਖਕ ਲਈ ਜਸ ਦੀ ਲਾਲਸਾ ਬੜੀ
ਉੱਚਤਮ ਹੁੰਦੀ ਹੈ, ਕਿਉਂਕਿ ਅਗਰ ਜੇ ਕੋਈ ਲੇਖਕ ਆਪਣੀ ਰਚਨਾ ਲਿਖਦਾ ਵਾ, ਉਹਨੂੰ ਪਾਠਕਾਂ ਦੇ ਸਾਹਮਣੇ ਰੱਖਦਾ ਵਾ, ਜੇ ਉਹਨੂੰ ਉਹਦਾ ਫੀਡਬੈਕ ਨਹੀਂ ਮਿਲਦਾ ਤਾਂ ਉਹਨੂੰ ਇੱਕ ਉੱਤਮ ਰਚਨਾ ਦਾ ਦਰਜਾ ਜਿਹੜਾ ਉਹ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਜਿਹੜਾ ਜਸ, ਜਿਹਨੂੰ ਜਾਂ ਅਸੀਂ ਫੀਡਬੈਕ ਵੀ ਕਹਿ ਸਕਦੇ ਹਾਂ, ਇੱਕ ਲੇਖਕ ਵਾਸਤੇ ਜਿਹੜਾ ਜਸ ਦੀ ਜਿਹੜੀ ਪ੍ਰਾਪਤੀ ਉਹ ਹਮੇਸ਼ਾ ਇੱਕ ਲਾਲਸਾ ਦੇ ਰੂਪ ਵਿੱਚ ਰਹਿੰਦੀ ਹੈ। ਅਰਥ ਪ੍ਰਾਪਤੀ, ਅਰਥ ਪ੍ਰਾਪਤੀ ਨੂੰ ਅਸੀਂ ਇਕਨੋਮਿਕਲੀ ਜਿਹੜਾ ਉਹ ਕਹਿ ਸਕਦੇ ਹਾਂ। ਕਾਵਿ ਕਲਪਨਾ ਜਗਤ ਵਿੱਚ ਰਹਿੰਦਿਆਂ ਹੋਇਆਂ ਵੀ ਭੌਤਿਕ ਜਗਤ ਦਾ ਵਰਣਨ ਕਰਦਾ ਹੈ। ਕਾਵਿ ਲਈ ਜਿਤਨੀ ਜ਼ਰੂਰਤ ਕਲਪਨਾ ਦੀ ਹੁੰਦੀ ਹੈ, ਭੌਤਿਕ ਸੁੱਖਾਂ ਲਈ ਉਤਨੀ ਲੋੜ ਆਰਥਿਕਤਾ ਭਾਵ ਪੈਸੇ ਦੀ ਹੁੰਦੀ ਹੈ। ਪ੍ਰਾਚੀਨ ਕਾਲ ਵਿੱਚ ਕਵੀਆਂ ਨੂੰ ਧਨ ਪ੍ਰਾਪਤੀ ਲਈ ਅਤੇ ਭੌਤਿਕ ਸੁੱਖ ਵੀ ਮਾਣੇ। ਪ੍ਰਾਂਤਕ ਸਰਕਾਰਾਂ ਵੀ ਕਵੀਆਂ ਦੇ ਕਰਮ ਨੂੰ ਪ੍ਰੋਤਸਾਹਿਤ ਕਰਦੀਆਂ ਹਨ ਅਤੇ ਉਹਨਾਂ ਨੂੰ ਨਕਦ ਪੁਰਸਕਾਰ ਵੀ ਦਿੰਦੀਆਂ ਹਨ। ਲੋਕ ਕਲਿਆਣ, ਜਿਹੜਾ ਸਾਹਿਤ ਆ ਉਹ ਹਮੇਸ਼ਾ ਲੋਕ ਕਲਿਆਣ ਲਈ ਲਿਖਿਆ ਜਾਂਦਾ। ਇਹ ਇਸ ਚੀਜ਼ 'ਤੇ ਡਿਪੈਂਡ ਕਰਦਾ, ਸਤਿਅਮ ਸ਼ਿਵਮ ਸੁੰਦਰਮ ਭਾਵ ਸੱਚ 'ਤੇ ਆਧਾਰਿਤ ਹੈ, ਸ਼ਿਵਮ ਭਾਵ ਕਲਿਆਣਕਾਰੀ ਹੈ, ਸੁੰਦਰਮ ਭਾਵ ਖੂਬਸੂਰਤ ਹੈ। ਇਸ ਕਰਕੇ ਜਿਹੜਾ ਲੋਕ ਸਾਹਿਤ ਆ ਜਾਂ ਸਾਹਿਤ ਆ ਉਹ ਹਮੇਸ਼ਾ ਲੋਕਾਂ ਦੇ ਕਲਿਆਣ ਵਾਸਤੇ ਲਿਖਿਆ ਜਾਂਦਾ। ਕਵਿਤਾ ਵਿਸ਼ਿਸ਼ਟ ਹੁੰਦਿਆਂ ਹੋਇਆਂ ਵੀ ਸਭ ਦੇ ਹਿੱਤ ਦੀ ਗੱਲ ਕਰਦੀ ਹੈ। ਗੁਰੂਆਂ, ਪੀਰਾਂ, ਪੈਗੰਬਰਾਂ ਦੀਆਂ ਰਚਨਾਵਾਂ ਦਾ ਪ੍ਰਯੋਜਨ ਵੀ ਲੋਕ ਕਲਿਆਣ ਹੀ ਸੀ। ਗੁਰਬਾਣੀ ਵੀ ਕਾਵਮਈ ਰੂਪ ਵਿੱਚ ਲਿਖੀ ਗਈ ਅਤੇ ਬਾਣੀ ਦਾ ਅਰਥ ਵੀ ਲੋਕ ਕਲਿਆਣ ਹੀ ਹੈ। ਭਰਤ ਮੁਨੀ ਦੇ ਅਨੁਸਾਰ ਵੀ ਕਾਵਿ ਦਾ ਪ੍ਰਯੋਜਨ ਲੋਕਾਈ ਨੂੰ ਉਪਦੇਸ਼ ਦੇਣਾ ਹੈ। ਆਨੰਦ ਪ੍ਰਾਪਤੀ, ਆਨੰਦ ਪ੍ਰਦਾਨ ਕਰਨਾ ਕਵਿਤਾ ਦਾ ਮੁੱਖ ਮਕਸਦ ਹੈ। ਪਾਠਕ ਸ਼ਬਦਾਂ ਦੇ ਸਫ਼ਰ ਰਾਹੀਂ ਪਰਮ ਆਨੰਦ ਨੂੰ ਮਾਣਦਾ ਹੈ। ਉਹ ਸ਼ਬਦਾਂ ਦੇ ਮਾਧਿਅਮ ਰਾਹੀਂ ਆਪਣਾ ਕੈਥਾਰਸਿਸ ਕਰਦਾ ਹੈ। ਇਸ ਆਨੰਦ ਦੀ ਅਨੁਭੂਤੀ ਦੇ ਸਮੇਂ ਪਾਠਕ ਸੰਸਾਰ ਦਾ ਸਭ ਕੁਝ ਭੁੱਲ ਕੇ ਕਾਵਿ ਸੰਸਾਰ ਵਿੱਚ ਲੀਨ ਹੋ ਜਾਂਦਾ ਹੈ। ਗਿਆਨ ਦਾ ਸਾਧਨ, ਕਾਵਿ ਦੀ ਰਚਨਾ ਵਿਹਾਰ ਦੇ ਗਿਆਨ ਲਈ ਹੁੰਦੀ ਹੈ। ਰਮਾਇਣ ਆਦਿ ਮਹਾਂਕਾਵਿ ਦੇ ਪੜ੍ਹਨ ਨਾਲ ਕਾਵਿ ਪ੍ਰੇਮੀਆਂ ਨੂੰ ਰਾਜੇ, ਮੰਤਰੀ, ਗੁਰੂ, ਪਿਤਾ, ਪੁੱਤਰ ਅਤੇ ਭਰਾ ਦੇ ਉੱਚੇ ਸੰਬੰਧਾਂ ਦੇ ਵਿਹਾਰ ਦਾ ਜਿਹੜਾ ਗਿਆਨ ਉਹ ਮਿਲਦਾ ਹੈ। ਇਸ ਮਾਧਿਅਮ ਰਾਹੀਂ ਮਨੁੱਖੀ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਵਿਹਾਰ ਵਿੱਚ ਵੀ ਤਬਦੀਲੀ ਹੁੰਦੀ ਹੈ, ਕਿਉਂਕਿ ਇਹ ਜਿਹੜੇ ਗ੍ਰੰਥ ਨੇ ਸਾਡੀ ਉੱਚੀ ਜੀਵਨ ਜਾਂਚ ਨੂੰ ਪੇਸ਼ ਕਰਦੇ ਨੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਵਿਹਾਰ ਕਰਨਾ, ਕਿਸ ਤਰੀਕੇ ਨਾਲ ਰਹਿਣਾ, ਕਿਸ ਤਰੀਕੇ ਨੂੰ ਜਿਹੜੀਆਂ ਸਾਡੀਆਂ ਮਾਨਤਾਵਾਂ ਨੇ ਉਹਨਾਂ ਨੂੰ ਮੰਨਣੀਆਂ, ਸਾਡਾ ਇੱਕ ਵਿਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਸਾਡੇ ਅੰਦਰ ਕਦਰਾਂ ਕੀਮਤਾਂ ਨੂੰ ਭਰਦੇ ਹੈ। ਇਸ ਕਰਕੇ ਜਿਹੜਾ ਸਾਹਿਤ ਹੈ ਉਹ ਗਿਆਨ ਵਿੱਚ ਵੀ ਵਾਧਾ ਕਰਦਾ ਅਤੇ ਸਾਡੀਆਂ ਕਦਰਾਂ ਕੀਮਤਾਂ ਨੂੰ ਵੀ ਹਲੂਣਾ ਦਿੰਦਾ। ਇਸਤਰੀ ਦੀ ਤਰ੍ਹਾਂ ਰੌਚਕ ਉਪਦੇਸ਼, ਕਾਵਿ ਦੀ ਉਪਦੇਸ਼ ਸ਼ੈਲੀ ਵਿੱਚ ਸ਼ਬਦ ਅਤੇ ਅਰਥ ਦੋਹਾਂ ਦੀ ਪ੍ਰਧਾਨਤਾ ਹੁੰਦੀ ਹੈ। ਆਚਾਰੀਆ ਮੰਮਟ ਨੇ ਇਸ ਨੂੰ ਕਾਂਤਾ ਤੁਲ ਉਪਦੇਸ਼ ਸ਼ੈਲੀ ਦਾ ਨਾਮ ਦਿੱਤਾ ਹੈ। ਜਦੋਂ ਇਸਤਰੀ ਪੁਰਸ਼ ਨੂੰ ਕਿਸੇ ਕੰਮ ਲਈ ਪ੍ਰੇਰਿਤ ਕਰਨਾ ਜਾਂ ਹਟਾਉਣਾ ਚਾਹੁੰਦੀ ਹੈ ਤਾਂ ਉਹ ਆਪਣੀ ਸਾਰੀ ਸ਼ਕਤੀ ਨਾਲ ਆਪਣੀ ਕਥਨੀ ਨੂੰ ਆਕਰਸ਼ਿਤ ਬਣਾਉਂਦੀ ਹੈ ਅਤੇ ਪੁਰਸ਼ ਨੂੰ ਪ੍ਰੇਰਿਤ ਕਰਦੀ ਹੈ। ਕਾਵਿ ਭੇਦ ਜਾਂ ਵੰਨਗੀਆਂ, ਹਾਂਜੀ, ਇਹ ਅੱਗੇ ਸਾਡੇ ਕੋਲ ਜੀ ਕਾਵਿ ਭੇਦ ਜਾਂ ਵੰਨਗੀਆਂ। ਕਾਵਿ ਭੇਦ ਜਾਂ ਵੰਨਗੀਆਂ ਨੂੰ ਅਸੀਂ ਦੋ ਭਾਗਾਂ ਵਿੱਚ ਲੈਂਦੇ ਹਾਂ, ਅੰਤਰਮੁਖੀ ਕਵਿਤਾ ਅਤੇ ਬਾਹਰਮੁਖੀ ਕਵਿਤਾ। ਅੰਤਰਮੁਖੀ ਕਵਿਤਾ ਉਹ ਹੈ ਜਿਸ ਵਿੱਚ ਕਵੀ ਆਪਣੇ ਅੰਤਰ ਆਤਮਾ ਵਿੱਚ ਝਾਤ ਮਾਰ ਕੇ ਆਪਣੇ ਨਿੱਜੀ ਤਜਰਬਿਆਂ, ਵਿਚਾਰਾਂ ਅਤੇ ਅਹਿਸਾਸਾਂ ਨੂੰ ਵਿਸ਼ੇ ਦੇ ਰੂਪ ਵਿੱਚ ਪੇਸ਼ ਕਰਦਾ ਜਾਂ ਉਹਨਾਂ ਚੀਜ਼ਾਂ ਨੂੰ ਇੱਕ ਸਮੱਗਰੀ ਦੇ ਰੂਪ ਵਿੱਚ ਪੇਸ਼ ਕਰਦਾ। ਇਸ ਤੋਂ ਬਾਅਦ ਹੈ ਜੀ ਬਾਹਰਮੁਖੀ ਕਵਿਤਾ। ਜਦੋਂ ਕਵੀ ਆਪਣੇ ਅੰਦਰ ਦੀ ਬਜਾਏ ਬਾਹਰ ਝਾਤ ਮਾਰਦਾ ਹੈ, ਆਪਣੇ ਤੋਂ ਗੈਰ ਨਿੱਜੀ ਦੁਨੀਆ ਦੇ ਕਰਮਾਂ ਅਤੇ ਜਜ਼ਬਿਆਂ ਨਾਲ ਘੁਲ ਕੇ ਮਿਲ ਕੇ ਉਹਨਾਂ ਨੂੰ ਬਿਆਨ ਕਰਦਾ ਹੈ, ਉਹਨਾਂ ਨੂੰ ਅਸੀਂ ਬਾਹਰਮੁਖੀ ਕਵਿਤਾ ਦੇ ਵਿੱਚ ਲੈਂਦੇ ਹਾਂ। ਸੋ ਇਸ ਤਰ੍ਹਾਂ ਉਪਰੋਕਤ ਵਿਚਾਰ ਚਰਚਾ ਤੋਂ ਇਹ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਕਾਵਿ ਕਵੀ ਦੀ ਕਿਰਤ ਹੈ ਜਿਸ ਨੂੰ ਉਹ ਕਲਪਨਾ ਤੋਂ ਲੈ ਕੇ ਭੌਤਿਕ ਜਗਤ ਤੱਕ ਨਿੱਠ ਕੇ ਲਿਖਦਾ ਹੈ। ਉਹ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰਨ ਲਈ ਅਜਿਹੀ ਰਚਨਾ ਰਚਦਾ ਹੈ। ਕਾਵਿ ਸ਼ਬਦ ਅਤੇ ਅਰਥ ਦੀ ਸੁਹਜਾਤਮਕਤਾ ਨੂੰ ਪੇਸ਼ ਕਰਦੀ ਹੈ। ਇੱਕ ਉੱਤਮ ਅਤੇ ਉੱਚਤਮ ਰਚਨਾ ਜਿਹੜੀ ਉਹ ਹੋ ਨਿਬੜਦੀ। ਧੰਨਵਾਦ।